10 ਸਾਲ ਬਾਅਦ ਪੇ ਕਮਿਸ਼ਨ ਮਿਲਣਾ ਤੇ ਉਹਨੂੰ ਬੜੀ ਬੇਸਬਰੀ ਨਾਲ ਉਡੀਕ ਕਰਦੇ ਨੇ ਕਿ ਸਾਡੀਆਂ ਤਨਖਾਹਾਂ ਦੇ ਵਿੱਚ ਭੱਤਿਆਂ ਦੇ ਵਿੱਚ ਕੁਝ ਵਾਧਾ ਹੋਊਗਾ। ਪਰ ਕਿਉਂਕਿ ਉਹ ਵਾਧਾ ਨਹੀਂ ਹੋਇਆ, ਵਾਧਾ ਹੁੰਦਾ ਨਜ਼ਰ ਵੀ ਨਹੀਂ ਆ ਰਿਹਾ ਭਵਿੱਖ ਦੇ ਵਿੱਚ, ਇਸ ਕਰਕੇ ਨਿਰਾਸ਼ਾ ਹੋਣੀ ਸੁਭਾਵਿਕ ਆ। ਹੋਇਆ ਕੀ ਆ ਕਿ ਜਿੰਨੇ ਵੀ ਪੇ ਕਮਿਸ਼ਨ ਆਉਂਦੇ ਨੇ ਉਹ ਏ ਕੈਟਾਗਰੀ ਨੂੰ ਵੱਧ ਤਨਖਾਹਾਂ ਦਿੰਦੇ ਨੇ ਤੇ ਜਿਹੜੀ ਡੀ ਕੈਟਾਗਰੀ ਆ, ਨਿਮਨ ਕੈਟਾਗਰੀ ਆ ਜਿਹੜੀ ਹੇਠਲੇ ਦਰਜੇ ਦੀ, ਉਹਨੂੰ ਘੱਟ ਤਨਖਾਹਾਂ ਦਿੰਦੇ ਨੇ। ਤੇ ਅਸੀਂ ਇਹ ਮੰਗ ਕੀਤੀ ਕਿ ਇਹ ਪਾੜਾ ਘਟਾਇਆ ਜਾਵੇ। ਡਾਕਟਰਾਂ ਦਾ ਜਿਹੜਾ ਨਾਨ ਪ੍ਰੈਕਟਿਸਿੰਗ ਅਲਾਊਂਸ ਆ, ਇਹਨੂੰ NPA ਕਹਿ ਦਿੰਦੇ ਆ ਕਿ ਤੁਸੀਂ ਸਰਕਾਰੀ ਨੌਕਰੀ ਦੇ ਵਿੱਚ ਸਿਰਫ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ ਦੇਖਣੇ ਨੇ, ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰਨੀ, ਤਾਂ ਉਸ ਦੇ ਬਦਲੇ ਦੇ ਵਿੱਚ 25% NPA ਦਿੱਤਾ ਜਾਂਦਾ ਸੀ, ਉਹ ਘਟਾ ਕੇ 20% ਕਰਤਾ ਤੇ ਉਹ ਹੜਤਾਲ ਦੇ ਵਿੱਚ ਆ ਰਹੇ ਨੇ। ਜਿਵੇਂ ਹਾਊਸ ਰੈਂਟ ਅਲਾਊਂਸ ਮਿਲਦਾ ਪੇ ਕਮਿਸ਼ਨ ਦੇ ਵਿੱਚ, ਉਸ HRA ਦੀਆਂ ਦਰਾਂ ਵੀ ਘਟਾ ਦਿੱਤੀਆਂ ਗਈਆਂ। ਮਾਣ ਪੱਤੇ ਵਾਲੇ ਮੁਲਾਜ਼ਮ ਨੇ, ਮਿਡ ਡੇ ਮੀਲ ਵਰਕਰ ਨੇ, ਆਸ਼ਾ ਵਰਕਰ ਨੇ ਜਾਂ ਹੋਰ ਵਰਕਰ ਨੇ, ਜੰਗਲਾਤ ਵਰਕਰ ਨੇ, ਉਹਨਾਂ ਬਾਰੇ ਕੋਈ ਸਿਫਾਰਿਸ਼ ਨਹੀਂ ਹੈਗੀ। ਕਹਿੰਦਾ ਭਾਵ ਕਿ ਮੁਲਾਜ਼ਮਾਂ ਦਾ ਇੱਕ ਉਹ ਹਿੱਸਾ ਮਾਣ ਪੱਤੇ ਵਾਲਿਆਂ ਦਾ, ਕੱਚੇ ਵਾਲਿਆਂ ਦਾ ਜਾਂ ਕੰਟਰੈਕਟ ਵਾਲਿਆਂ ਦਾ, ਉਹ ਸ਼ਾਇਦ ਇਹਨਾਂ ਨੂੰ ਐਂ ਲੱਗਦਾ ਕਿ ਉਹ ਦੁਨੀਆ ਦੇ ਉੱਪਰ ਹੈ ਹੀ ਨਹੀਂ। ਕਹਿੰਦਾ ਭਾਵ ਵੀ ਮੁਲਾਜ਼ਮ ਦੀ ਤਾਂ ਮਰੇ ਦੀ ਵੀ ਕੋਈ ਕੀਮਤ ਨਹੀਂ ਪਾਈ ਇਹਨਾਂ ਨੇ। ਜੋ ਪਿਛਲਾ ਕਰੋਨਾ ਵਾਲਾ ਪੀਰੀਅਡ ਚੱਲਿਆ ਉਸ ਦਾ ਪੂਰਾ ਲਾਹਾ ਲਿਆ। ਉਧਰ ਕਿਸਾਨਾਂ ਦੇ ਖਿਲਾਫ ਖੇਤੀ ਕਾਨੂੰਨ ਲੈ ਕੇ ਆਈ, ਮਜ਼ਦੂਰਾਂ ਦੇ ਖਿਲਾਫ ਮਜ਼ਦੂਰ ਕੋਡ ਲੈ ਕੇ ਆਈ ਤੇ ਮੁਲਾਜ਼ਮਾਂ ਵਾਸਤੇ ਇੱਕ ਆਲੂ ਵਾਲੀਆ ਕਮੇਟੀ ਬਣਾਈ। ਉਹਨੇ ਸਿਫਾਰਿਸ਼ ਕੀਤੀ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਨੇ, ਤੁਸੀਂ ਇਹਨਾਂ ਨੂੰ ਘਟਾਓ, ਰੈਸ਼ਨਲਾਈਜ਼ ਕਰੋ। ਜਿਹੜਾ ਜਿੰਨਾ ਜ਼ਿਆਦਾ ਸੰਗਠਿਤ ਹੋਊਗਾ, ਆਰਗੇਨਾਈਜ਼ਡ ਹੋਊਗਾ, ਉਹ ਉਹਨਾਂ ਵੱਧ ਵਿਰੋਧ ਕਰੂਗਾ। ਜੇ ਇਹਨਾਂ ਨੇ ਪੇ ਕਮਿਸ਼ਨ ਦੇ ਵਿੱਚ ਤਨਖਾਹਾਂ ਵਧਾਉਣ ਦੀ ਜਗ੍ਹਾ ਘਟਾਉਣ ਵਾਲਾ ਰਾਹ ਚੁਣਿਆ ਤਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਜਾਂ ਪੰਜਾਬ ਦੇ ਅਧਿਆਪਕਾਂ ਨੂੰ ਵੀ ਫਿਰ ਇੱਕ ਲੜਨ ਦਾ ਜਿਹੜਾ ਰਾਹ ਉਹ ਇਹਨਾਂ ਨੇ ਖੋਲ੍ਹਤਾ। ਦੁਨੀਆ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਮਨਦੀਪ। ਦੋਸਤੋ, ਅੱਜ ਆਪਾਂ ਬੜੇ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨੀ ਆ। ਇਹ ਵਿਸ਼ਾ ਆ 6ਵੇਂ ਪੇ ਕਮਿਸ਼ਨ ਬਾਰੇ, ਜਿਹਦੀ ਬੜੀ ਚਰਚਾ ਛਿੜੀ ਸੀ। ਇਹਦੀ ਚਰਚਾ ਤੋਂ ਬਾਅਦ ਜਦੋਂ ਮੁਲਾਜ਼ਮਾਂ ਦੇ ਚਿਹਰੇ ਦੇਖੇ ਤਾਂ ਉਹਨਾਂ ਦੇ ਚਿਹਰੇ ਤੇ ਰੌਣਕ ਨਹੀਂ ਸੀ, ਉਹ ਸੜਕਾਂ ਤੇ ਉਤਰ ਆਏ। ਸੋ ਆਪਾਂ ਗੱਲਬਾਤ ਕਰਾਂਗੇ ਕਿ ਅਜਿਹਾ ਕੀ ਸੀ ਇਸ ਕਮਿਸ਼ਨ ਦੇ ਵਿੱਚ। ਸੋ ਗੱਲਬਾਤ ਕਰਨ ਲਈ ਅਸੀਂ ਪਟਿਆਲੇ ਪਹੁੰਚੇ ਆ ਬਿਕਰਮ ਦੇਵ ਜੀ ਕੋਲੇ, ਜਿਹੜੇ ਕਿ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਨੇ। ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਮਾਸਟਰ ਜੀ, 6ਵਾਂ ਪੇ ਕਮਿਸ਼ਨ ਆਇਆ ਜਿਹਦੀ ਬੜੀ ਚਰਚਾ ਵੀ ਛਿੜੀ ਸੀ ਤੇ ਇਹਦੇ ਵਿੱਚ ਬੜੀ ਉਮੀਦ ਸੀਗੀ, ਪਰ ਜਿਹੜੇ ਟੀਚਰ ਨੇ, ਮੁਲਾਜ਼ਮ ਨੇ, ਉਹਨਾਂ ਦੇ ਚਿਹਰੇ ਉਸ ਤਰ੍ਹਾਂ ਖਿੜੇ ਨਹੀਂ। ਇਹ ਕਾਰਨ ਕੀ ਹੈ ਜੀ? ਅਸਲ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਜਿਹੜਾ 6ਵਾਂ ਪੰਜਾਬ ਤਨਖਾਹ ਕਮਿਸ਼ਨ ਅਨਾਉਂਸ ਕੀਤਾ, ਇਹ ਪਹਿਲੀ ਵਾਰੀ ਇਹ ਹੋਇਆ ਕਿ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ, ਉਹਨਾਂ ਦੇ ਗ੍ਰੇਡ, ਉਹਨਾਂ ਦੇ ਸਕੇਲ ਜਾਂ ਉਹਨਾਂ ਦੇ ਭੱਤੇ ਵਧਾਉਣ ਦੀ ਜਗ੍ਹਾ ਦੇ ਉੱਪਰ ਸਿਰਫ ਰੈਸ਼ਨਲਾਈਜ਼ ਕਰ ਰਿਹਾ। ਰੈਸ਼ਨਲਾਈਜ਼ ਕਰਕੇ ਉਹਨਾਂ ਨੂੰ ਘਟਾਉਣ ਲਈ ਲਾਗੂ ਕੀਤਾ ਗਿਆ। ਤੇ ਇਸ ਕਰਕੇ ਕਿਉਂਕਿ ਤਨਖਾਹਾਂ ਹਰੇਕ ਮੁਲਾਜ਼ਮ ਨੂੰ ਆਸ ਹੁੰਦੀ ਆ ਕਿ 10 ਸਾਲ ਬਾਅਦ ਪੇ ਕਮਿਸ਼ਨ ਮਿਲਣਾ ਤੇ ਉਹਨੂੰ ਬੜੀ ਬੇਸਬਰੀ ਨਾਲ ਉਡੀਕ ਕਰਦੇ ਨੇ ਕਿ ਸਾਡੀਆਂ ਤਨਖਾਹਾਂ ਦੇ ਵਿੱਚ, ਭੱਤਿਆਂ ਦੇ ਵਿੱਚ ਕੁਝ ਵਾਧਾ ਹੋਊਗਾ। ਪਰ ਕਿਉਂਕਿ ਉਹ ਵਾਧਾ ਨਹੀਂ ਹੋਇਆ, ਵਾਧਾ ਹੁੰਦਾ ਨਜ਼ਰ ਵੀ ਨਹੀਂ ਆ ਰਿਹਾ ਭਵਿੱਖ ਦੇ ਵਿੱਚ, ਇਸ ਕਰਕੇ ਨਿਰਾਸ਼ਾ ਹੋਣੀ ਸੁਭਾਵਿਕ ਆ ਤੇ ਗੁੱਸਾ ਹੋਣਾ ਸੁਭਾਵਿਕ ਆ। ਇਸੇ ਕਰਕੇ ਪੇ ਕਮਿਸ਼ਨ ਦੀ ਖੁਸ਼ੀ ਮਨਾਉਣ ਦੀ ਜਗ੍ਹਾ ਦੇ ਉੱਪਰ ਮੁਲਾਜ਼ਮ ਨੇ ਜਿਹੜੇ ਜਾਂ ਅਧਿਆਪਕ ਨੇ, ਉਹ ਸੜਕਾਂ ਦੇ ਉੱਪਰ ਨਿਕਲ ਪਏ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਖਿੱਚ ਰਹੇ ਨੇ। ਇਹ ਪੇ ਕਮਿਸ਼ਨ ਦੇ ਵਿੱਚ ਕੀ ਹੈ ਜੀ? ਉਹਦੇ ਬਾਰੇ ਥੋੜ੍ਹੀ ਸਾਡੇ ਦਰਸ਼ਕਾਂ ਨੂੰ ਡਿਟੇਲ ਦਿਓ। ਦੇਖੋ, ਪੇ ਕਮਿਸ਼ਨ ਦੇ ਵਿੱਚ ਹੁੰਦਾ ਇਹ ਆ ਕਿ ਇੱਕ ਤਾਂ ਮੁਲਾਜ਼ਮ ਦੀ ਜਿਹੜੀ ਮੁੱਢਲੀ ਤਨਖਾਹ ਹੁੰਦੀ ਆ, ਜਿਹਨੂੰ ਬੇਸਿਕ ਪੇ ਕਹਿੰਦੇ ਆ ਆਪਾਂ, ਉਸ ਦੇ ਉੱਪਰ ਹਰੇਕ ਵਾਰ ਜਿਹੜਾ ਪੇ ਕਮਿਸ਼ਨ ਆ ਉਹ ਇੱਕ ਗੁਣਾਂਕ ਦਿੰਦਾ ਕਿ ਜਿਹਨੂੰ ਮਲਟੀਪਲ ਫੈਕਟਰ ਕਹਿੰਦੇ ਆ, ਤੇ ਉਸ ਗੁਣਾਂਕ ਨਾਲ ਗੁਣਾ ਕਰਨ ਤੋਂ ਬਾਅਦ ਉਹਦੀ ਜਿਹੜੀ ਮੁੱਢਲੀ ਤਨਖਾਹ ਉਹ ਵੱਧਦੀ ਆ। ਤਾਂ ਹੋਇਆ ਇਹ ਕਿ ਪਿਛਲੀ ਵਾਰ ਜਦੋਂ 2006 ਦੇ ਵਿੱਚ ਤਨਖਾਹ ਕਮਿਸ਼ਨ ਦਿੱਤਾ ਗਿਆ ਪੰਜਾਬ ਦੇ ਵਿੱਚ, 5ਵਾਂ ਤਨਖਾਹ ਕਮਿਸ਼ਨ, ਤਾਂ ਉਸਨੇ ਦੇਣਾ 1/1/2006 ਤੋਂ ਸੀ, ਉਹ ਪਛੜ ਕੇ 2009 ਦੇ ਵਿੱਚ ਲਾਗੂ ਕੀਤਾ ਗਿਆ। ਪਹਿਲਾਂ ਤਾਂ 3 ਸਾਲ ਪਛੜ ਕੇ ਲਾਗੂ ਕੀਤਾ ਬਾਦਲ ਸਰਕਾਰ ਵੇਲੇ, ਤੇ ਫਿਰ ਲਾਗੂ ਕਰਨ ਵੇਲੇ ਵੀ ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਉਣਤਾਈਆਂ ਛੱਡ ਦਿੱਤੀਆਂ ਗਈਆਂ। ਤੇ ਉਹਨਾਂ ਉਣਤਾਈਆਂ ਨੂੰ ਦੂਰ ਕਰਨ ਦੇ ਲਈ ਫਿਰ ਇੱਕ ਅਨੋਮਲੀ ਕਮੇਟੀ ਬਣਾਈ ਗਈ, ਜਿਹਨੂੰ ਤਨਖਾਹ ਅਨੋਮਲੀ ਕਮੇਟੀ ਕਹਿੰਦੇ ਨੇ। ਤੇ ਉਸ ਤਨਖਾਹ ਅਨੋਮਲੀ ਕਮੇਟੀ ਨੇ ਮੁਲਾਜ਼ਮਾਂ ਦੇ ਪੱਖ ਜਾਣੇ ਕਿ ਕੀ ਤੁਹਾਨੂੰ ਕਮੀਆਂ ਲੱਗਦੀਆਂ ਨੇ ਇਸ ਦੇ ਵਿੱਚ, ਤੇ ਉਸ ਦੀ ਇੱਕ ਪੂਰੀ ਸਟੱਡੀ ਕੀਤੀ। ਉਸ ਸਟੱਡੀ ਦੇ ਬੇਸ ਦੇ ਉੱਪਰ 24 ਕੈਟਾਗਰੀਆਂ ਮੁਲਾਜ਼ਮਾਂ ਦੀਆਂ ਉਹਨਾਂ ਨੂੰ ਲਾਭ ਦਿੱਤਾ ਗਿਆ, ਇਹ ਕਹਿ ਕੇ ਕਿ ਇਹਨਾਂ ਨੂੰ ਜਦੋਂ ਤਨਖਾਹ ਕਮਿਸ਼ਨ ਦਾ ਲਾਭ ਦਿੱਤਾ ਸੀ ਤਾਂ ਇਹਨਾਂ ਨਾਲ ਧੱਕਾ ਹੋਇਆ
ਤੇ ਉਸ ਧੱਕੇ ਨੂੰ ਠੀਕ ਕਰਨ ਲਈ, ਦੂਰ ਕਰਨ ਦੇ ਲਈ ਅਸੀਂ ਇਹਨਾਂ 24 ਕੈਟਾਗਰੀਆਂ, ਜਿਹਦੇ ਵਿੱਚ ਵੱਡੀ ਗਿਣਤੀ ਅਧਿਆਪਕ ਸ਼ਾਮਲ ਸੀ, ETT ਟੀਚਰ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਮਾਸਟਰ ਕਾਡਰ, ਹੈੱਡ ਮਾਸਟਰ, BPO, ਲੈਕਚਰਾਰ, ਕੁੱਲ ਮਿਲਾ ਕੇ 24 ਮੁਲਾਜ਼ਮਾਂ ਦੀਆਂ ਕੈਟਾਗਰੀਆਂ ਨੂੰ ਉਹਨਾਂ ਨੇ ਲਗਭਗ 1000 ਦੇ ਕਰੀਬ ਰੁਪਈਏ ਦਾ ਜਿਹੜਾ ਤਨਖਾਹ ਗ੍ਰੇਡ ਹੁੰਦਾ ਉਹ ਵਾਧਾ ਦਿੱਤਾ। ਤੇ ਇਸੇ ਢੰਗ ਨਾਲ ਇਹ ਵਾਧਾ ਦਿੱਤਾ ਉਹਨਾਂ ਨੂੰ ਸਤੰਬਰ ਅਕਤੂਬਰ 2011 ਤੋਂ। ਉਹ ਮਿਲਣਾ ਚਾਹੀਦਾ ਸੀ 1/1/2006 ਤੋਂ। ਕਹਿੰਦਾ ਭਾਵ ਵੀ 5 ਸਾਲ ਪਛੜ ਕੇ ਦਿੱਤਾ, ਸਗੋਂ ਧੱਕਾ ਹੋਇਆ ਉਹਨਾਂ ਦੇ ਨਾਲ। ਤੇ 2 ਮਹੀਨੇ ਬਾਅਦ ਇੱਕ ਕੈਬਨਿਟ ਸਬ ਕਮੇਟੀ ਬਣਾਈ, ਉਸਨੇ ਲਗਭਗ 239 ਕੈਟਾਗਰੀਆਂ ਮੁਲਾਜ਼ਮਾਂ ਦੀਆਂ ਉਹਨਾਂ ਦੇ ਤਨਖਾਹ ਗ੍ਰੇਡ ਦੇ ਵਿੱਚ ਅੰਸ਼ਕ ਵਾਧਾ ਕੀਤਾ, ਬਹੁਤ ਥੋੜਾ ਵਾਧਾ ਕੀਤਾ। ਤਾਂ ਇਹ ਜਿਹੜੇ ਦੋਨੇ ਵਾਧੇ ਸੀ, ਇਹ ਦੋਨੇ ਵਾਧੇ ਇਹ ਜਿਹੜੇ ਵਾਧੇ ਕੀਤੇ ਗਏ, ਇਹ 1/1/2006 ਤੋਂ ਦੇਣ ਦੀ ਜਗ੍ਹਾ ਉਹਨਾਂ ਨੇ ਜਾਂ ਤਾਂ ਸਤੰਬਰ ਅਕਤੂਬਰ ਤੋਂ ਦਿੱਤਾ 24 ਕੈਟਾਗਰੀਆਂ ਨੂੰ, ਜਾਂ ਫਿਰ ਦਸੰਬਰ ਤੋਂ ਦਿੱਤਾ 239 ਕੈਟਾਗਰੀਆਂ ਨੂੰ। ਇਹ ਸਰਕਾਰ ਨੇ ਇਸ ਵਾਰੀ ਪੇ ਕਮਿਸ਼ਨ ਦੇ ਵਿੱਚ ਹੋਇਆ ਕਿ ਉਹਨਾਂ ਨੇ ਇਹ ਕਹਿਤਾ ਕਿ ਲਓ ਜੀ, ਇਹਨਾਂ ਨੂੰ ਤਾਂ 24 ਕੈਟਾਗਰੀਆਂ ਨੂੰ 2011 'ਚ ਮਿਲ ਚੁੱਕਿਆ, ਅਕਤੂਬਰ 2011 ਤੋਂ ਵਾਧਾ, ਤੇ 239 ਕੈਟਾਗਰੀਆਂ ਨੂੰ ਦਸੰਬਰ ਦੇ ਵਿੱਚ ਮਿਲ ਚੁੱਕਿਆ। ਤਾਂ ਉਹਨਾਂ ਨੇ 24 ਕੈਟਾਗਰੀਆਂ ਵਾਲਾ ਤਾਂ ਬਰਕਰਾਰ ਰੱਖ ਲਿਆ ਕਿ ਪੇ ਅਨੋਮਲੀ ਕਮੇਟੀ ਆ ਜਿਹੜੀ ਉਹ ਪੇ ਕਮਿਸ਼ਨ ਦਾ ਹੀ ਹਿੱਸਾ ਹੁੰਦੀ ਆ, ਪਰ ਜਿਹੜੀ ਕੈਬਨਿਟ ਸਬ ਕਮੇਟੀ ਨੇ 239 ਕੈਟਾਗਰੀਆਂ ਦਾ ਵਾਧਾ ਕੀਤਾ ਸੀ ਉਹ ਰੱਦ ਕਰਤਾ ਕਿ ਵੀ ਇਹ ਜਸਟੀਫਾਈ ਨਹੀਂ ਹੈਗਾ। ਤੇ ਤਾਂ ਅਸੀਂ ਇਹ ਮੰਨਦੇ ਹਾਂ ਕਿ ਉਹ ਦੋਨੇ ਵਾਧੇ ਜਸਟੀਫਾਈ ਸੀ, ਕਿ ਜੇ ਧੱਕਾ ਹੋਇਆ ਮੁਲਾਜ਼ਮਾਂ ਦੇ ਨਾਲ ਤਾਂ ਉਹ ਪੇ ਅਨੋਮਲੀ ਕਮੇਟੀ ਨੇ ਤੇ ਕੈਬਨਿਟ ਸਬ ਕਮੇਟੀ ਨੇ ਤਨਖਾਹ ਗ੍ਰੇਡਾਂ ਦੇ ਵਿੱਚ ਤਾਂ ਵਾਧੇ ਕੀਤੇ। ਤੇ ਹੋਇਆ ਇਹ ਕਿ ਸਾਡੇ ਜਿਹੜਾ ਵਿੱਤ ਵਿਭਾਗ ਆ ਪੰਜਾਬ ਸਰਕਾਰ ਦਾ, ਉਹਨੇ ਇਸ ਤੋਂ ਵੀ ਅੱਗੇ ਲੰਬੀ ਛਾਲ ਮਾਰੀ। ਉਹ ਕਹਿੰਦਾ ਵੀ ਇਹ ਦੋਨੇ ਹੀ ਵਾਧੇ ਨੇ ਜਿਹੜੇ ਉਹ ਰੱਦ ਕਰ ਦਿਓ, ਚਾਹੇ ਕੈਬਨਿਟ ਸਬ ਕਮੇਟੀ ਨੇ ਕੀਤਾ, ਚਾਹੇ ਪੇ ਅਨੋਮਲੀ ਕਮੇਟੀ ਨੇ ਕੀਤਾ। ਤੇ ਇਸ ਕਰਕੇ ਇਹ ਪੇ ਕਮਿਸ਼ਨ ਦੇ ਵਿੱਚ ਇਹ ਕੈਟਾਗਰੀਆਂ ਚਾਹੇ 24 ਨੇ ਜਾਂ 239 ਨੇ, ਇਹਨਾਂ ਨੂੰ ਕੋਈ ਵਾਧਾ ਨਹੀਂ ਮਿਲਦਾ ਨਜ਼ਰ ਆ ਰਿਹਾ। ਇਸੇ ਕਰਕੇ ਇਹਨਾਂ ਦੇ ਵਿੱਚ ਜ਼ਿਆਦਾ ਵੱਡੀ ਜਿਹੜੀ ਨਿਰਾਸ਼ਾ। ਤੇ ਇਸ ਤੋਂ ਬਿਨਾਂ ਅਲੱਗ-ਅਲੱਗ ਕੈਟਾਗਰੀਆਂ ਨੇ ਮੁਲਾਜ਼ਮਾਂ ਦੀਆਂ, ਜਿਵੇਂ ਆਪਾਂ ਸਮਾਜ ਦੇ ਵਿੱਚ ਵੀ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਪਰਤਾਂ ਹੁੰਦੀਆਂ ਨੇ, ਇੱਕ ਬਹੁਤ ਅਮੀਰ, ਇੱਕ ਉਸ ਤੋਂ ਘੱਟ, ਇੱਕ ਬਿਲਕੁਲ ਨਿਮਨ ਦਰਜੇ ਦੇ ਆ ਜਾਂਦੇ ਨੇ, ਵਰਕਿੰਗ ਕਲਾਸ ਆ ਜਾਂਦੀ ਆ। ਤਾਂ ਐਵੇਂ ਮੁਲਾਜ਼ਮਾਂ ਦੇ ਵਿੱਚ ਵੀ ਪਰਤਾਂ ਨੇ। ਸਾਡੇ ਇੱਥੇ ਮੁਲਾਜ਼ਮ ਉਹ ਵੀ ਨੇ ਜਿਹੜੇ IAS ਨੇ, ਸੈਕਟਰੀ ਲੈਵਲ ਦੇ ਨੇ, ਜੁਆਇੰਟ ਸੈਕਟਰੀ ਲੈਵਲ ਦੇ ਨੇ। ਸਾਡੇ ਇੱਥੇ ਮੁਲਾਜ਼ਮ ਉਹ ਵੀ ਨੇ ਜਿਹੜੇ ਬਿਲਕੁਲ ਵਰਕਿੰਗ ਕਲਾਸ ਦੇ ਵਿੱਚੋਂ ਆਉਂਦੇ ਨੇ, D ਕੈਟਾਗਰੀ ਦੇ ਵਿੱਚ, ਕੋਈ ਸਫਾਈ ਸੇਵਕ ਆ, ਕੋਈ ਸੇਵਾਦਾਰ ਆ। ਤਾਂ ਇਸ ਤਰੀਕੇ ਨਾਲ A ਕੈਟਾਗਰੀ ਤੋਂ ਲੈ ਕੇ D ਕੈਟਾਗਰੀ ਦੇ ਵਿੱਚ ਹੁੰਦਾ ਇਹ ਆਇਆ ਕਿ ਜਿਵੇਂ ਸਮਾਜ ਦੇ ਵਿੱਚ ਜੇ ਪਰਤਾਂ ਨੇ ਤਾਂ ਪਾੜਾ ਵੀ ਆ ਆਰਥਿਕ, ਕਿ ਬਹੁਤ ਅਮੀਰ ਵੀ ਨੇ, ਬਹੁਤ ਗਰੀਬ ਵੀ ਨੇ। ਥੋੜਾ ਜਿਹਾ ਨਾਲ ਵੀ ਦੱਸ ਦਿਓ ਜੀ, ਏਜ ਕਿਹੜੇ ਹੁੰਦੇ, ਬੀਜ ਕਿਹੜੇ, ਉਹ ਵੀ ਨਾਲ ਦੇਖੋ, A ਕੈਟਾਗਰੀ ਦੇ ਵਿੱਚ ਜ਼ਿਆਦਾਤਰ ਜਿਹੜੀ ਉੱਚ ਸ਼੍ਰੇਣੀ ਦੇ ਲਾਈਏ ਆਪਾਂ ਵੀ, ਜਿਵੇਂ ਸੈਕਟਰੀ ਲੈਵਲ ਦੇ ਆ ਗਏ, ਜੁਆਇੰਟ ਸੈਕਟਰੀ ਲੈਵਲ ਦੇ ਆ ਗਏ, ਜਾਂ ਜਿਵੇਂ ਜਿਵੇਂ ਹੇਠਾਂ ਨੂੰ ਜਾਂਦੇ ਆ ਉਸ ਦੇ ਵਿੱਚ ਜਿਹੜੇ ਗਸਟਡ ਅਫਸਰ ਨੇ ਉਹ ਆ ਗਏ। ਤੇ B ਕੈਟਾਗਰੀ ਦੇ ਵਿੱਚ ਬਾਕੀ ਜਿਵੇਂ ਲੈਕਚਰਰ ਆ ਗਏ ਟੀਚਰਾਂ ਦੇ ਵਿੱਚੋਂ, ਜਾਂ ਕੁਝ ਹੋਰ ਕੈਟਾਗਰੀਜ਼ ਆ ਗਈਆਂ। ਐਵੇਂ ਹੀ C ਕੈਟਾਗਰੀ ਆ, ਉਸ ਦੇ ਵਿੱਚ ਮਾਸਟਰ ਕੇਡਰ ਆ ਗਿਆ, ਇਹ ਵਾਲੇ ਆ ਗਏ, ETT ਕਾਡਰ ਆ ਗਿਆ, ਹੈ ਨਾ। ਤੇ D ਕੈਟਾਗਰੀ ਦੇ ਵਿੱਚ ਮੈਂ ਦੱਸਿਆ ਹੀ ਆ ਕਿ ਸੇਵਾਦਾਰ ਹੋ ਗਏ ਤੇ ਸਫਾਈ ਸੇਵਕ, PN ਵਗੈਰਾ ਉਹ ਆ ਗਏ। ਤਾਂ ਹੋਇਆ ਕੀ ਆ ਕਿ ਜਿੰਨੇ ਵੀ ਪੇ ਕਮਿਸ਼ਨ ਆਉਂਦੇ ਨੇ ਉਹ A ਕੈਟਾਗਰੀ ਨੂੰ ਵੱਧ ਤਨਖਾਹਾਂ ਦਿੰਦੇ ਨੇ, ਤੇ ਜਿਹੜੀ D ਕੈਟਾਗਰੀ ਆ, ਨਿਮਨ ਕੈਟਾਗਰੀ ਆ ਜਿਹੜੀ ਹੇਠਲੇ ਦਰਜੇ ਦੀ, ਉਹਨੂੰ ਘੱਟ ਤਨਖਾਹਾਂ ਦਿੰਦੇ ਨੇ। ਤੇ ਅਸੀਂ ਇਹ ਮੰਗ ਕੀਤੀ ਸੀ ਆਪਣਾ ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ, ਤੇ ਜਿਹੜੀ ਸਾਡੀ ਫੈਡਰੇਸ਼ਨ ਆ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ, ਕਿ ਇਹ ਪਾੜਾ ਘਟਾਇਆ ਜਾਵੇ। ਤੇ ਪਰ ਇਹਨਾਂ ਨੇ ਬਰਕਰਾਰ ਰੱਖਿਆ। ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਹੇਠਲਾ ਘੱਟ ਤੋਂ ਘੱਟ ਤਨਖਾਹ ਤੈਅ ਕੀਤੀ ਆ ਉਹ ਲਗਭਗ 18,000, ਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਨਖਾਹ ਦੇਖਦੇ ਆ ਉਹ ਲਗਭਗ ਪੌਣੇ 2 ਲੱਖ ਦੇ ਕਰੀਬ ਆ। ਤੇ ਜੇ ਸੈਂਟਰ ਵਾਲੀ ਦੇਖਦੇ ਆ, ਜਿਹੜੇ IAS ਬੈਠੇ ਨੇ ਉਹਨਾਂ ਦੀ ਲਗਭਗ 2.25 ਲੱਖ ਮਹੀਨੇ ਦੀ। ਕਹਿੰਦਾ ਭਾਵ ਇਹ ਆ ਕਿ ਇੱਕ ਉਹ ਮੁਲਾਜ਼ਮ ਜਿਨ੍ਹਾਂ ਦੀ ਪੂਰੇ ਸਾਲ ਦੀ ਤਨਖਾਹ ਇੱਕ ਪਾਸੇ, ਤੇ ਇੱਕ ਉਹ ਮੁਲਾਜ਼ਮ A ਕੈਟਾਗਰੀ ਵਾਲੇ ਜਿਨ੍ਹਾਂ ਨੂੰ 1 ਮਹੀਨੇ ਦੇ ਵਿੱਚ ਹੀ ਓਨੀ ਤਨਖਾਹ ਮਿਲ ਜਾਂਦੀ ਆ। ਤੇ ਇਸ ਕਰਕੇ ਇਹ ਜਿਹੜਾ ਪਾੜਾ ਇਹ ਇਸ ਪੇ ਕਮਿਸ਼ਨ ਨੇ ਵੀ ਬਰਕਰਾਰ ਰੱਖਿਆ। ਇਸ ਤੋਂ ਇਲਾਵਾ ਜਿਹੜੇ ਕੱਚੇ ਅਧਿਆਪਕ ਨੇ, ਕੰਟਰੈਕਟ ਵਾਲੇ ਅਧਿਆਪਕ ਨੇ, ਕੰਟਰੈਕਟ ਵਾਲੇ ਮੁਲਾਜ਼ਮ ਨੇ, ਉਹਨਾਂ ਬਾਰੇ ਕੋਈ ਸਿਫਾਰਿਸ਼ ਨਹੀਂ। ਮਾਣ ਪੱਤੇ ਵਾਲੇ ਮੁਲਾਜ਼ਮ ਨੇ, ਮਿਡ ਡੇ ਮੀਲ ਵਰਕਰ ਨੇ, ਆਸ਼ਾ ਵਰਕਰ ਨੇ, ਜਾਂ ਹੋਰ ਵਰਕਰ ਨੇ, ਜੰਗਲਾਤ ਵਰਕਰ ਨੇ, ਉਹਨਾਂ ਬਾਰੇ ਕੋਈ ਸਿਫਾਰਿਸ਼ ਨਹੀਂ ਹੈਗੀ। ਕਹਿੰਦਾ ਭਾਵ ਕਿ ਮੁਲਾਜ਼ਮਾਂ ਦਾ ਇੱਕ ਉਹ ਹਿੱਸਾ ਮਾਣ ਪੱਤੇ ਵਾਲਿਆਂ ਦਾ, ਕੱਚੇ ਵਾਲਿਆਂ ਦਾ, ਜਾਂ ਕੰਟਰੈਕਟ ਵਾਲਿਆਂ ਦਾ, ਉਹ ਸ਼ਾਇਦ ਇਹਨਾਂ ਨੂੰ ਐਂ ਲੱਗਦਾ ਕਿ ਉਹ ਦੁਨੀਆ ਦੇ ਉੱਪਰ ਹੈ ਹੀ ਨਹੀਂ, ਇਸ ਕਰਕੇ ਉਹਨਾਂ ਉੱਪਰ ਕੋਈ ਸਿਫਾਰਿਸ਼ ਨਹੀਂ ਕੀਤੀ ਗਈ। ਇੱਕ ਮਾਸਟਰ ਜੀ ਹੋਰ ਮੈਨੂੰ ਲੱਗ ਰਿਹਾ ਕਿ ਜਿੱਦਾਂ ਇਹਦੇ ਟੀਚਰਾਂ ਦੀਆਂ ਜਿਹੜੀਆਂ ਕੋਈ ਆਰਗੇਨਾਈਜੇਸ਼ਨ ਆ ਉਹ ਬੋਲ ਰਹੀਆਂ ਨੇ, ਤੇ ਹੋਰ ਕੋਈ
ਜਿਹੜੇ ਹੈਗੇ ਮੁਲਾਜ਼ਮ ਉਸ ਤਰ੍ਹਾਂ ਗੱਲ ਨਹੀਂ ਕਰ ਰਹੇ। ਇਹਦਾ ਕਾਰਨ ਕੀ ਆ? ਕੀ ਇਹਦਾ ਨੁਕਸਾਨ ਇਕੱਲੇ ਟੀਚਰਾਂ ਨੂੰ ਆ ਜਾਂ ਹੋਰ ਮੁਲਾਜ਼ਮਾਂ ਨੂੰ ਵੀ ਹੈਗਾ ਇਹਦਾ? ਨਹੀਂ ਦੇਖੋ, ਮੁਲਾਜ਼ਮਾਂ ਦੀਆਂ ਬਾਕੀ ਕੈਟਾਗਰੀਆਂ ਵੀ ਸੜਕਾਂ ਤੇ ਆ ਰਹੀਆਂ ਨੇ। ਜਿਵੇਂ ਡਾਕਟਰਾਂ ਦਾ ਜਿਹੜਾ ਨਾਨ ਪ੍ਰੈਕਟਿਸਿੰਗ ਅਲਾਊਂਸ ਆ, ਜਿਹਨੂੰ NPA ਕਹਿ ਦਿੰਦੇ ਆ, ਕਿ ਤੁਸੀਂ ਸਰਕਾਰੀ ਨੌਕਰੀ ਦੇ ਵਿੱਚ ਸਿਰਫ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ ਦੇਖਣੇ ਨੇ, ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰਨੀ, ਤਾਂ ਉਸ ਦੇ ਬਦਲੇ ਦੇ ਵਿੱਚ 25% NPA ਦਿੱਤਾ ਜਾਂਦਾ ਸੀ, ਉਹ ਘਟਾ ਕੇ 20% ਕਰਤਾ ਤੇ ਉਹ ਹੜਤਾਲ ਦੇ ਵਿੱਚ ਆ ਰਹੇ ਨੇ। ਐਵੇਂ ਹੀ ਵੱਖ-ਵੱਖ ਕੈਟਾਗਰੀਆਂ ਦੀਆਂ ਜਿਹੜੇ ਮੁਲਾਜ਼ਮ ਨੇ ਉਹ ਵੀ ਐਜੀਟੇਸ਼ਨ ਦੇ ਵਿੱਚ ਬਾਹਰ ਆ ਰਹੇ ਨੇ। ਅਸਲ ਦੇ ਵਿੱਚ ਇਹ ਆ ਕਿ ਜਿਹੜਾ ਜਿੰਨਾ ਜ਼ਿਆਦਾ ਸੰਗਠਿਤ ਹੋਊਗਾ, ਆਰਗੇਨਾਈਜ਼ਡ ਹੋਊਗਾ, ਉਹ ਉਨਾ ਵੱਧ ਵਿਰੋਧ ਕਰੂਗਾ। ਅਧਿਆਪਕਾਂ ਦਾ ਪਿਛਲੇ ਸਮੇਂ ਦੇ ਵਿੱਚ ਅਧਿਆਪਕ ਜਥੇਬੰਦੀਆਂ ਦੇ ਐਜੀਟੇਸ਼ਨ ਵੱਡੇ ਹੋਣ ਦਾ ਕਾਰਨ ਇੱਕ ਇਹ ਵੀ ਰਿਹਾ ਕਿ ਇਸ ਦੇ ਵਿੱਚ ਜਥੇਬੰਦੀਆਂ ਨੇ ਜਿਹੜੀਆਂ ਉਹ ਵੱਧ ਜਥੇਬੰਦ ਕਰਕੇ ਰੱਖਿਆ ਹੈ ਅਧਿਆਪਕਾਂ ਨੂੰ, ਤੇ ਅਧਿਆਪਕਾਂ ਦਾ ਇਸ ਕਰਕੇ ਹੋ ਸਕਦਾ ਐਜੀਟੇਸ਼ਨ ਤੁਹਾਨੂੰ ਜ਼ਿਆਦਾ ਨਜ਼ਰ ਆਉਂਦਾ ਹੋਵੇ, ਪਰ ਐਵੇਂ ਨਹੀਂ ਹੈਗਾ। ਬਾਕੀ ਮੁਲਾਜ਼ਮਾਂ ਦੇ ਹਿੱਸੇ ਵੀ ਨੇ ਜਿਹੜੇ ਉਹ ਇਸ ਦਾ ਲਗਾਤਾਰ ਵਿਰੋਧ ਕਰ ਰਹੇ ਨੇ। ਹੁਣ ਇੱਥੇ ਕੋਈ ਹੋਰ ਗੱਲਬਾਤ ਹੋਈ ਤੁਹਾਡੀ ਅੱਗੇ ਜਿਹੜੀ ਹੈਗੀ ਐ ਜਿਵੇਂ ਪੇ ਕਮਿਸ਼ਨ ਤੇ? ਦੇਖੋ, ਗੱਲਬਾਤ ਤਾਂ ਅਸੀਂ ਸਾਰੇ ਮੁਲਾਜ਼ਮਾਂ ਨੇ ਮਿਲ ਕੇ ਪੰਜਾਬ ਤੇ ਯੂਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਬਣਾਇਆ, ਤੇ ਉਸ ਫਰੰਟ ਵੱਲੋਂ ਪਿਛਲੇ ਸਮੇਂ ਦੇ ਵਿੱਚ ਕੁਝ ਦਿਨ ਪਹਿਲਾਂ ਕਨਵੈਨਸ਼ਨ ਵੀ ਕੀਤੀ ਗਈ ਹੈ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ, ਤੇ ਉਸ ਦੇ ਵਿੱਚ ਇਸ ਪੇ ਕਮਿਸ਼ਨ ਨੂੰ ਇੱਕ ਤਾਂ ਰੱਦ ਕਰ ਦਿੱਤਾ ਗਿਆ। ਕਿ ਇੱਕ ਤੁਹਾਡੇ ਲਈ ਜਾਣਕਾਰੀ ਹੋਰ ਵੀ ਆ ਕਿ ਪੇ ਕਮਿਸ਼ਨ ਨੇ ਰਿਪੋਰਟ ਹਾਲੇ ਤੱਕ ਦਿੱਤੀ ਹੋ ਨਹੀਂ। ਜਿਹੜਾ ਇਹ ਲੋਕਾਂ ਦੇ ਵਿੱਚ ਫੈਲਾਇਆ ਗਿਆ ਕਿ ਗੱਫੇ ਮਿਲ ਗਏ ਮੁਲਾਜ਼ਮਾਂ ਨੂੰ, ਉਹ ਸਿਰਫ ਇੱਕ ਭਰਮ ਫੈਲਾਇਆ ਗਿਆ। ਪੇ ਕਮਿਸ਼ਨ ਦੀ ਰਿਪੋਰਟ ਕੋਈ ਨਹੀਂ ਆਈ, ਸਗੋਂ ਆਇਆ ਕੀ ਆ ਕਿ ਇੱਕ ਸਿਰਫ ਕੁਝ ਅੰਸ਼ ਨਿਕਲੇ ਨੇ ਕਿ ਆਹ ਮਿਲੂਗਾ ਮੁਲਾਜ਼ਮਾਂ ਨੂੰ, ਆਹ ਕੱਟੂਗਾ, ਤੇ ਨਾਲ ਵਿੱਤ ਵਿਭਾਗ ਦੀਆਂ ਉਸ ਦੇ ਵਿੱਚ ਜਿਹੜੀਆਂ ਟਿੱਪਣੀਆਂ ਨੇ ਜਾਂ ਸਿਫਾਰਿਸ਼ਾਂ ਨੇ ਉਹ ਦਰਜ ਕੀਤੀਆਂ ਹੋਈਆਂ ਨੇ। ਤੇ ਇਸ ਕਰਕੇ ਅਸੀਂ ਉਸ ਫਰੰਟ ਤੋਂ ਅਗਲੇ ਐਕਸ਼ਨ ਅਨਾਉਂਸ ਕੀਤੇ ਹੋਏ ਨੇ। ਦੂਜਾ ਇਹ ਵੀ ਆ ਕਿ ਜਿਵੇਂ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਦੀਆਂ ਨੇ, ਉਵੇਂ ਮੁਲਾਜ਼ਮਾਂ ਨੂੰ ਕੁਝ ਭੱਤੇ ਵੀ ਮਿਲਦੇ ਨੇ। ਜਿਵੇਂ ਹਾਊਸ ਰੈਂਟ ਅਲਾਊਂਸ ਮਿਲਦਾ, HRA ਕਹਿੰਦੇ ਆ ਜਿਹਨੂੰ ਆਪਾਂ, ਤੇ ਇਸ ਪੇ ਕਮਿਸ਼ਨ ਦੇ ਵਿੱਚ ਉਸ HRA ਦੀਆਂ ਦਰਾਂ ਵੀ ਘਟਾ ਦਿੱਤੀਆਂ ਗਈਆਂ ਤੇ 20% ਦਰ ਨੂੰ ਘਟਾਤਾ। ਮੰਨ ਲਓ 20% ਮਿਲਦੀ ਸੀ ਕਿਸੇ ਨੂੰ, ਉਹਦੀ ਘਟਾ ਕੇ 16% ਕਰਤੀ। ਜੇ ਕਿਸੇ ਨੂੰ 10% ਮਿਲਦੀ ਸੀ ਤਾਂ ਉਹ 8% ਕਰਤੀ, ਤੇ ਉਸ ਦੀਆਂ ਦਰਾਂ ਨੇ ਜਿਹੜੀਆਂ ਉਹ ਘਟਾਈਆਂ ਨੇ। ਤੇ ਇਸ ਤੋਂ ਇਲਾਵਾ ਕੁਝ ਸਿਫਾਰਿਸ਼ਾਂ ਐਸੀਆਂ ਸੀ ਵੀ ਜਿਹੜੀਆਂ ਪੇ ਕਮਿਸ਼ਨ ਨੇ ਭੱਤਿਆਂ 'ਚ ਕਿਹਾ ਵਾਧਾ ਕਰੋ, ਤੇ ਸਾਡੀ ਸਰਕਾਰ ਦੇਖੋ ਇੰਨੇ ਗੱਫੇ ਦਿੰਦੀ ਆ, ਤੁਹਾਡੇ ਸਾਹਮਣੇ ਨੇ, ਕਿ ਉਹ ਸਿਫਾਰਿਸ਼ਾਂ ਵੀ ਰੱਦ ਕਰਤੀਆਂ। ਜਿਵੇਂ ਉਹਨਾਂ ਨੇ ਕਿਹਾ ਕਿ ਮੋਬਾਈਲ ਭੱਤਾ ਜਿਹੜਾ ਮੁਲਾਜ਼ਮਾਂ ਨੂੰ ਜਿੰਨਾ ਮਿਲਦਾ ਉਸ ਨੂੰ 1.5 ਕਰ ਦਿਓ, ਜੇ ਕਿਸੇ ਨੂੰ 500 ਮਿਲਦਾ ਤਾਂ 750 ਕਰ ਦਿਓ। ਤਾਂ ਇਹ ਕਹਿੰਦੇ ਜੀ ਵੀ ਕਿ ਮੁਲਾਜ਼ਮਾਂ ਨੂੰ ਤਾਂ ਮੋਬਾਈਲ ਭੱਤਾ ਪਹਿਲਾਂ ਹੀ ਵੱਧ ਮਿਲ ਰਿਹਾ, ਕਿ ਪਹਿਲਾਂ ਨਾਲੋਂ ਹੁਣ ਤਾਂ ਮੋਬਾਈਲ ਦੀਆਂ ਜਿਹੜੇ ਰੇਟ ਨੇ, ਬਿੱਲ ਨੇ ਜਿਹੜੇ, ਉਹ ਘੱਟ ਆਉਂਦੇ ਨੇ। ਤੇ ਕਦੋਂ ਨਾਲੋਂ 2006 ਦੇ ਮਿਲੇ ਹੋਏ ਮੋਬਾਈਲ ਭੱਤੇ ਨੂੰ ਹੁਣ ਕੰਪੇਅਰ ਕਰ ਰਹੇ ਨੇ ਇੱਥੇ 2021 ਦੇ ਵਿੱਚ ਆ ਕੇ। ਵੀ ਕਹਿੰਦੇ ਓਨਾ ਹੀ ਰਹਿਣਾ। ਹਾਂ, ਵੀ ਓਨਾ ਹੀ ਰਹਿਣਾ। ਤੇ ਜਦ ਕਿ ਮਹਿੰਗਾਈ ਕਿੰਨੀ ਵੱਧ ਚੁੱਕੀ ਆ। ਉਸ ਸਮੇਂ ਮੋਬਾਈਲ ਜੇ ਹੁੰਦਾ ਵੀ ਸੀ ਤਾਂ ਕਿਸੇ ਇੱਕ ਮੈਂਬਰ ਕੋਲ ਹੁੰਦਾ ਸੀ, ਅੱਜ ਤਾਂ ਪਰਿਵਾਰ ਦੇ ਸਾਰੇ ਮੈਂਬਰਾਂ ਕੋਲ ਮੋਬਾਈਲ ਆ। ਇਸ ਤੋਂ ਬਿਨਾਂ ਇੱਕ ਨਵਾਂ ਖਰਚਾ ਜਿਹੜਾ ਇੰਟਰਨੈਟ ਵਾਲਾ, ਮੁਲਾਜ਼ਮਾਂ ਦਾ ਵੱਡਾ ਕੰਮ ਆ ਜਿਹੜਾ ਉਹ ਇੰਟਰਨੈਟ ਰਾਹੀਂ ਕਰ ਰਹੇ ਨੇ। ਤਾਂ ਇਸ ਕਰਕੇ ਉਹ ਪੱਤੇ ਨੇ ਜਿਹੜੇ ਨਹੀਂ ਇਹਨਾਂ ਨੇ ਵਧਾਏ। ਇਸੇ ਢੰਗ ਨਾਲ ਮੁਲਾਜ਼ਮਾਂ ਨੂੰ 500 ਰੁਪਈਆ ਮੈਡੀਕਲ ਅਲਾਊਂਸ ਮਿਲਦਾ ਸੀ। ਪੇ ਕਮਿਸ਼ਨ ਨੇ ਸਿਫਾਰਿਸ਼ ਕੀਤੀ ਵੀ ਤੁਸੀਂ 1000 ਰੁਪਈਆ ਕਰ ਦਿਓ। ਆਪਾਂ ਨੂੰ ਪਤਾ ਕਿ ਜ਼ਿਆਦਾ ਖਰਚ ਕਿੱਥੇ ਹੁੰਦੇ ਨੇ, ਜਾਂ ਐਜੂਕੇਸ਼ਨ ਤੇ ਜਾਂ ਹੈਲਥ ਦੇ ਉੱਪਰ, ਤਾਂ ਇਹਨਾਂ ਨੇ ਉਹ ਵੀ ਰੱਦ ਕਰਤਾ ਵੀ 1000 ਕਰਨ ਦੀ ਕੋਈ ਲੋੜ ਨਹੀਂ ਹੈਗੀ, ਵੀ ਇਹਨੂੰ 500 ਹੀ ਰੱਖੋ, ਬਹੁਤ ਆ। ਇਸੇ ਢੰਗ ਨਾਲ ਹੋਰ ਕਈ ਪੱਤੇ ਨੇ ਉਹਨਾਂ ਨੇ ਸਿਫਾਰਿਸ਼ ਕੀਤੀ ਕਿ ਜੇ ਕਿਸੇ ਮੁਲਾਜ਼ਮ ਦੀ ਡੈਥ ਹੋ ਜਾਂਦੀ ਆ ਜੌਬ ਦੌਰਾਨ, ਤਾਂ ਉਹ 1 ਲੱਖ ਬਹੁਤ ਘੱਟ ਆ, ਵੀ ਇਸ ਨੂੰ ਵਧਾ ਕੇ 20 ਲੱਖ ਕੀਤਾ ਜਾਵੇ, ਜਿਹਨੂੰ ਐਕਸ ਗ੍ਰੇਸ਼ੀਆ ਕਹਿ ਦਿੰਦੇ ਆ। ਤਾਂ ਉੱਥੇ ਵੀ ਸਰਕਾਰ ਕੀ ਕਹਿ ਰਹੀ ਆ ਕਿ 1 ਲੱਖ ਜੇ ਤੁਹਾਨੂੰ ਘੱਟ ਲੱਗਦਾ ਤਾਂ 2 ਲੱਖ ਕਰ ਦਿੰਦੇ ਆ, ਵੀ ਇਸ ਤੋਂ ਨਹੀਂ ਵਧਾ ਸਕਦੇ। ਕਹਿੰਦਾ ਭਾਵ ਵੀ ਮੁਲਾਜ਼ਮ ਦੀ ਤਾਂ ਮਰੇ ਦੀ ਵੀ ਕੋਈ ਕੀਮਤ ਨਹੀਂ ਪਾਈ ਇਹਨਾਂ ਨੇ। ਤਾਂ ਇਸ ਕਰਕੇ ਕੁੱਲ ਮਿਲਾ ਕੇ ਨਿਰਾਸ਼ਾ ਹੈ। ਤੇ ਇਸੇ ਢੰਗ ਨਾਲ ਪੁਰਾਣੀ ਪੈਨਸ਼ਨ ਲੈ ਰਹੇ ਨੇ ਜਿਹੜੇ ਮੁਲਾਜ਼ਮ 2004 ਤੋਂ ਪਹਿਲਾਂ ਵਾਲੇ ਨੇ, 2004 ਤੋਂ ਬਾਅਦ ਆਏ, ਉਹਨਾਂ ਉੱਪਰ ਨਵੀਂ ਪੈਨਸ਼ਨ ਸਕੀਮ ਲਗਾਤੀ ਸ਼ੇਅਰ ਮਾਰਕੀਟ ਵਾਲੀ। ਉਹਦੇ ਬਾਰੇ ਵੀ ਕੋਈ ਸਿਫਾਰਿਸ਼ ਨਹੀਂ ਕੀਤੀ ਵੀ ਪੁਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਆ। ਕੁੱਲ ਮਿਲਾ ਕੇ ਮੁਲਾਜ਼ਮਾਂ ਦੇ ਪੱਲੇ ਇਸ ਦੇ ਵਿੱਚੋਂ ਨਿਰਾਸ਼ਾ ਹੀ ਪਈ ਆ। ਆਪਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਜੀ ਕਿ 6ਵੇਂ ਪੇ ਕਮਿਸ਼ਨ ਨੇ ਕੁਝ ਸਿਫਾਰਿਸ਼ਾਂ ਕੀਤੀਆਂ ਸੀ, ਪੇ ਕਮਿਸ਼ਨ ਨੇ ਕੁਝ, ਫਿਰ ਆਪਾਂ ਉਹਦੀਆਂ ਸਰਕਾਰ ਨੇ ਮੰਨਿਆ ਨਹੀਂ। ਪੇ ਕਮਿਸ਼ਨ ਦੇ ਕੀ ਅਰਥ ਆ ਫਿਰ? ਦੇਖੋ, ਪੇ ਕਮਿਸ਼ਨ ਕੋਈ ਨਹੀਂ ਹੈਗਾ ਇਹ। ਅੱਜ ਤਾਂ ਇਹ ਮੰਨ ਰਹੇ ਆ ਕਿ ਸਰਕਾਰ ਨੇ ਜੋ ਪਿਛਲਾ ਕਰੋਨਾ ਵਾਲਾ ਪੀਰੀਅਡ ਚੱਲਿਆ ਉਸ ਦਾ ਪੂਰਾ ਲਾਹਾ ਲਿਆ,
ਉਧਰ ਕਿਸਾਨਾਂ ਦੇ ਖਿਲਾਫ ਖੇਤੀ ਕਾਨੂੰਨ ਲੈ ਕੇ ਆਈ, ਮਜ਼ਦੂਰਾਂ ਦੇ ਖਿਲਾਫ ਮਜ਼ਦੂਰ ਕੋਡ ਲੈ ਕੇ ਆਈ ਤੇ ਮੁਲਾਜ਼ਮਾਂ ਵਾਸਤੇ ਇੱਕ ਆਲੂ ਵਾਲੀਆ ਕਮੇਟੀ ਬਣਾਈ। ਉਹਨੇ ਸਿਫਾਰਿਸ਼ ਕੀਤੀ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਨੇ, ਤੁਸੀਂ ਇਹਨਾਂ ਨੂੰ ਘਟਾਓ, ਰੈਸ਼ਨਲਾਈਜ਼ ਕਰੋ। ਤੇ ਤੁਸੀਂ ਹੈਰਾਨ ਹੋਵੋਗੇ ਕਿ ਕਿਸੇ ਸਮੇਂ ਸਾਡੀਆਂ ਤਨਖਾਹਾਂ ਨੂੰ, ਸਾਡੇ ਡੀਏ ਦੀਆਂ ਕਿਸ਼ਤਾਂ ਨੂੰ ਜਿਹੜਾ ਚੰਡੀਗੜ੍ਹ ਸੀ, ਹਰਿਆਣਾ ਸੀ ਜਾਂ ਹਿਮਾਚਲ ਸੀ, ਉਹ ਫੋਲੋ ਕਰਦਾ ਸੀ ਕਿ ਪੰਜਾਬ ਜਦੋਂ ਦਊਗਾ ਉਸੇ ਪੈਟਰਨ ਤੇ ਉਹ ਦਿੰਦੇ ਸੀ। ਹੁਣ ਉਹਨਾਂ ਨੇ ਆਪਣੇ ਆਪ ਨੂੰ ਪੰਜਾਬ ਨਾਲੋਂ ਤੋੜ ਲਿਆ। ਕਾਰਨ ਪੰਜਾਬ ਦੇ ਵਿੱਚ ਤਾਂ ਪਿਛਲੇ ਕਈ ਕਿਸ਼ਤਾਂ ਨੇ ਜਿਹੜੀਆਂ ਮਹਿੰਗਾਈ ਭੱਤੇ ਦੀਆਂ, ਉਹ ਜਾਰੀਓ ਨਹੀਂ ਹੋਈਆਂ। 22% ਦੇ ਕਰੀਬ ਡੀਏ ਪੈਂਡਿੰਗ ਆ ਤੇ ਸੈਂਕੜੇ ਕਿਸ਼ਤਾਂ ਨੇ ਜਿਹੜੀਆਂ ਉਹ ਜਾਰੀ ਕਰਤੀਆਂ, ਪਰ ਉਹਨਾਂ ਦੇ ਬਕਾਏ ਦੱਬ ਲਏ। ਤਾਂ ਇਸ ਕਰਕੇ ਇਹ ਤੁਹਾਡੇ ਸਾਹਮਣੇ ਆ ਸਾਰਾ ਕੁਝ। ਇੱਕ ਜੀ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਇਸ ਦੇ ਵਿੱਚ ਮੁਲਾਜ਼ਮਾਂ ਦਾ ਵੀ ਕਾਫੀ ਬੁਰਾ ਹਾਲ ਹੋ ਰਿਹਾ ਹੈ ਨਾ। ਇਹਦੇ ਨਾਲ ਜਿਵੇਂ ਇੱਕ ਉਛਾਲ ਆਉਣਾ ਹੁੰਦਾ ਮਾਰਕੀਟ ਦੇ ਵਿੱਚ ਵੀ, ਤਾਂ ਮਾਰਕੀਟ ਤੇ ਕਿੰਨਾ ਕੁ ਅਸਰ ਪਊਗਾ ਇਸ ਚੀਜ਼ ਦਾ? ਦੇਖੋ, ਕਿਸੇ ਵੀ ਆਰਥਿਕ ਪ੍ਰਬੰਧ ਨੂੰ ਚਲਾਉਣ ਦੇ ਤਰੀਕਾ ਇਹ ਹੁੰਦਾ ਕਿ ਉਸ ਦੇ ਵਿੱਚ ਤੁਸੀਂ ਲੋਕਾਂ ਦੀਆਂ ਜੇਬਾਂ ਦੇ ਵਿੱਚ ਕੁਛ ਨਾ ਕੁਛ ਪੈਸੇ ਪਾਓ, ਤਾਂ ਜੋ ਉਹ ਫਿਰ ਜਦੋਂ ਜਾਣ ਉਹ ਖਰਚ ਕਰਨ, ਉਸ ਨਾਲ ਮਾਰਕੀਟ ਆ ਜਿਹੜੀ ਉਹ ਚੱਲਦੀ ਆ, ਜਾਂ ਆਰਥਿਕ ਪ੍ਰਬੰਧ ਆ ਜਿਹੜਾ ਉਹ ਚੱਲਦਾ। ਇਹ ਇੱਕ ਤਰੀਕਾ। ਪਰ ਹੁੰਦਾ ਇਹ ਆਇਆ ਕਿ ਪਿਛਲੇ ਸਮੇਂ ਦੇ ਵਿੱਚ ਪੇ ਕਮਿਸ਼ਨ ਮਿਲਿਆ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਵੱਧਦੀਆਂ ਨੇ, ਤਾਂ ਉਸ ਤਰੀਕੇ ਨਾਲ ਉਹ ਖਰਚ ਵਧਾਉਂਦੇ ਨੇ ਤੇ ਆਪਣਾ ਪਰਿਵਾਰ ਉੱਪਰ ਖਰਚ ਕਰਦੇ ਨੇ, ਜਾਂ ਹੋਰ ਆਪਣਾ ਕੋਈ ਘਰ ਬਣਾਉਂਦਾ, ਕੋਈ ਕੁਛ ਖਰੀਦਦਾ, ਉਸ ਨਾਲ ਦੂਜੇ ਵਰਗਾਂ ਤੱਕ ਉਹ ਜਿਹੜਾ ਪੈਸੇ ਦਾ ਸੰਚਾਰ ਆ ਉਹ ਪਹੁੰਚਦਾ। ਪਰ ਹੁਣ ਇਹ ਤੁਹਾਡੇ ਸਾਹਮਣੇ ਆ ਕਿ ਪੇ ਕਮਿਸ਼ਨ ਵਾਲਾ ਜਿਹੜਾ ਇੱਕ ਲੋਕਾਂ ਨੂੰ ਆਸ ਹੁੰਦੀ ਆ ਕਿ ਮੁਲਾਜ਼ਮਾਂ ਨੂੰ ਵੀ ਮਿਲੂਗਾ, ਮੁਲਾਜ਼ਮਾਂ ਨੂੰ ਵੀ ਆਸ ਆ ਕਿ ਲਗਭਗ ਪੰਜਾਬ ਦੇ ਵਿੱਚ 4.25 ਲੱਖ ਮੁਲਾਜ਼ਮ ਆ ਤੇ 3-3.5 ਲੱਖ ਪੈਨਸ਼ਨਰ ਆ, ਕਿ ਉਹਨਾਂ ਨੂੰ ਕੁਝ ਮਿਲੂਗਾ ਤਾਂ ਉਹ ਬਾਕੀ ਵਰਗਾਂ ਤੱਕ ਵੀ ਆਰਥਿਕ ਤਰੀਕੇ ਨਾਲ ਸੰਚਾਰ ਹੋਊਗਾ। ਤੇ ਹੁਣ ਉਹ ਨਾ ਤਾਂ ਮੁਲਾਜ਼ਮਾਂ ਨੂੰ ਕੁਝ ਮਿਲਿਆ, ਨਾ ਉਸ ਦੇ ਨਾਲ ਆਪਾਂ ਇਹ ਕਹਿ ਦਈਏ ਕਿ ਇਸ ਦੇ ਵਿੱਚ ਬਾਕੀ ਵਰਗਾਂ ਨੂੰ ਉਹਨਾਂ ਰਾਹੀਂ ਕੁਝ ਮਿਲ ਜੂਗਾ, ਉਹ ਵੀ ਨਜ਼ਰ ਨਹੀਂ ਆ ਰਿਹਾ। ਕੁੱਲ ਮਿਲਾ ਕੇ ਜਾਨੀ ਨਿਰਾਸ਼ਾ ਹੀ ਪੱਲੇ ਪਈ ਹੈ ਜੀ। ਬਿਲਕੁਲ ਨਿਰਾਸ਼ਾ ਪੱਲੇ ਪਈ ਆ। ਪਰ ਅਸੀਂ ਇਹ ਸਮਝਦੇ ਹਾਂ ਕਿ ਜੇ ਇਹਨਾਂ ਨੇ ਪੇ ਕਮਿਸ਼ਨ ਦੇ ਵਿੱਚ ਤਨਖਾਹਾਂ ਵਧਾਉਣ ਦੀ ਜਗ੍ਹਾ ਘਟਾਉਣ ਵਾਲਾ ਰਾਹ ਚੁਣਿਆ, ਪੱਤੇ ਵਧਾਉਣ ਦੀ ਜਗ੍ਹਾ ਘਟਾਉਣ ਵਾਲਾ ਰਾਹ ਚੁਣਿਆ, ਤਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਜਾਂ ਪੰਜਾਬ ਦੇ ਅਧਿਆਪਕਾਂ ਨੂੰ ਵੀ ਫਿਰ ਇੱਕ ਲੜਨ ਦਾ ਜਿਹੜਾ ਰਾਹ ਉਹ ਇਹਨਾਂ ਨੇ ਖੋਲ੍ਹਤਾ। ਮਤਲਬ ਇੱਕ ਪੋਜ਼ਿਟਿਵ ਪੱਖ ਵੀ ਤੁਸੀਂ ਦੇਖ ਰਹੇ ਹੋ? ਦੇਖੋ, ਪੋਜ਼ਿਟਿਵ ਤਾਂ ਇਹ ਆ ਕਿ ਇਹਨਾਂ ਨੂੰ ਜੇ ਐਵੇਂ ਲੱਗਦਾ ਕਿ ਮੁਲਾਜ਼ਮਾਂ ਨਾਲ ਤੁਸੀਂ ਧੱਕਾ ਕਰ ਲਓਗੇ, ਅਧਿਆਪਕਾਂ ਨਾਲ ਧੱਕਾ ਕਰ ਲਓਗੇ ਤੇ ਉਹ ਚੁੱਪਚਾਪ ਬੈਠ ਜਾਣਗੇ, ਇਹ ਸੰਭਵ ਨਹੀਂ ਹੈਗਾ। ਤੇ ਅਸੀਂ ਇਸ ਪੰਜਾਬ ਤੇ ਯੂਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪ੍ਰੋਗਰਾਮ ਦਿੱਤੇ ਨੇ। ਉਸ ਦੇ ਵਿੱਚ ਹੜਤਾਲ ਦਾ ਸੱਦਾ ਵੀ ਦਿੱਤਾ ਸਾਨੇ 8 ਤੇ 9 ਦਾ, ਤੇ 29 ਜੁਲਾਈ ਨੂੰ ਪਟਿਆਲੇ, ਜੋ ਕਿ ਮੁੱਖ ਮੰਤਰੀ ਦਾ ਸ਼ਹਿਰ ਪ੍ਰਚਾਰਿਆ ਜਾਂਦਾ, ਉੱਥੇ ਇੱਕ ਬਹੁਤ ਵੱਡੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਲਾਜ਼ਮਾਂ ਨੇ ਰੈਲੀ ਕਰਨੀ ਆ। ਤੇ ਅਸੀਂ ਆਪਣੀ ਜਥੇਬੰਦੀ ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਤੇ ਇੱਕ ਅਸੀਂ ਸਾਂਝਾ ਅਧਿਆਪਕ ਮੋਰਚਾ, ਉਸ ਦਾ ਵੀ ਹਿੱਸਾ, ਉਸ ਦੇ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਿੱਸਾ ਲਵਾਂਗੇ। ਤੇ ਜੇ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਕਿਸੇ ਵੀ ਵਰਗ ਨੂੰ ਕੁਛ ਨਾ ਦਿਓ ਤੇ 2022 ਦਾ ਏਜੰਡਾ ਲੈ ਕੇ ਲੋਕਾਂ 'ਚ ਆ ਜਾਓ, ਇਹ ਸੰਭਵ ਨਹੀਂ ਹੋਣਾ। ਜੇ ਸਾਡੇ ਮੁੱਖ ਮੰਤਰੀ ਨੂੰ ਇਹ ਭੁਲੇਖਾ ਕਿ ਸਿਸਮਾ ਫਾਰਮ ਦੇ ਵਿੱਚ ਬੈਠ ਕੇ ਮੈਂ ਸਰਕਾਰ ਚਲਾ ਲਾ, ਲੋਕਾਂ ਵਾਸਤੇ ਕੁਝ ਨਾ ਕਰਾਂ, ਲੋਕਾਂ ਦੇ ਵਿੱਚ ਨਾ ਆਵਾਂ, ਤੇ ਜਿੰਨੀਆਂ ਤੁਸੀਂ ਇਹ ਦੇਖੋ ਕਿ ਜਦੋਂ ਇਹਨਾਂ ਨੇ ਸਰਕਾਰ ਬਣਾਈ ਸੀ, ਕੈਪਟਨ ਅਮਰਿੰਦਰ ਦਾ ਬਿਆਨ ਆਇਆ ਕਿ ਮੇਰੀ ਜਦੋਂ ਸਰਕਾਰ ਬਣ ਗਈ ਪਹਿਲੇ 100 ਦਿਨਾਂ ਦੇ ਵਿੱਚ ਪੇ ਕਮਿਸ਼ਨ ਦੇ ਦੂੰ, ਤੇ ਉਹ ਪੇ ਕਮਿਸ਼ਨ 5.5 ਸਾਲ ਬਾਅਦ ਜਾ ਕੇ ਹੁਣ ਦਿੱਤਾ 1 ਜੁਲਾਈ 2021 ਤੋਂ। ਉਹ ਪਿਛਲਾ 4.5 ਸਾਲ ਬਾਅਦ ਜਾ ਕੇ ਆਪਾਂ ਗੱਲ ਕਰੀਏ ਸਰਕਾਰ ਬਣਨ ਤੋਂ, ਤੇ ਉਹ 5.5 ਸਾਲ ਲਟਕਾ ਕੇ ਪੇ ਕਮਿਸ਼ਨ ਦਿੱਤਾ। ਤੇ ਕਹਿੰਦੇ ਹੁੰਦੇ ਨੇ ਵੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ, ਉਹ ਵੀ ਮਰਿਆ ਹੋਇਆ। ਤੇ ਇਹ ਪੇ ਕਮਿਸ਼ਨ ਦੇ ਹਾਲ ਨੇ। ਸੈਂਟਰ ਵਾਲਾ ਪੇ ਸਕੇਲ ਵੀ ਲਾਗੂ ਕਰਤਾ ਵੀ 20/7/2020 ਤੋਂ ਬਾਅਦ ਜਿਹੜੇ ਨਵੇਂ ਮੁਲਾਜ਼ਮ ਹੋਣਗੇ ਉਹ ਸਾਡੇ ਮੁਲਾਜ਼ਮ ਇੱਕ ਤਰ੍ਹਾਂ ਨਾਲ ਹੈ ਨਹੀਂ, ਵੀ ਉਹਨਾਂ ਨੂੰ ਇਸ ਤਰ੍ਹਾਂ ਕੇਂਦਰੀ ਪੈਟਰਨ ਤੇ ਸਕੇਲ ਦੇਵਾਂਗੇ। ਇਸ ਤਰੀਕੇ ਨਾਲ ਐਡਾ ਵੱਡਾ ਧੱਕਾ ਚੱਲ ਰਿਹਾ। ਕਹਿਣ ਨੂੰ ਇਹਨਾਂ ਨੇ ਇੱਕ 4 ਮੈਂਬਰੀ ਕਮੇਟੀ ਵੀ ਬਣਾਈ ਆ ਮੰਤਰੀਆਂ ਦੀ, ਤੇ ਮੰਤਰੀਆਂ ਦਾ ਤੁਹਾਨੂੰ ਹਾਲ ਪਤਾ ਹੀ ਆ, ਤੇ ਵੀ ਸਾਡੀ ਸਰਕਾਰ ਦੇ ਵਿੱਚ ਸਾਰੀਆਂ ਚਾਬੀਆਂ ਜਾਂ ਤਾਂ ਕੈਪਟਨ ਅਮਰਿੰਦਰ ਕੋਲ ਨੇ ਜਾਂ ਕੁਝ ਉੱਚ ਅਧਿਕਾਰੀਆਂ ਕੋਲ ਨੇ। ਤੇ ਕੋਈ ਗੱਲ ਨਹੀਂ, ਅਸੀਂ ਲੜਾਂਗੇ ਤੇ ਇਹ ਪੇ ਕਮਿਸ਼ਨ ਨਾਲ ਜਿਹੜਾ ਸਾਡੇ ਨਾਲ ਧੱਕਾ ਕੀਤਾ ਇਹ ਵੀ ਅਸੀਂ ਦਰੁਸਤ ਕਰਾਵਾਂਗੇ। ਤੇ ਤਨਖਾਹਾਂ ਵਾਧੇ ਕਰਵਾਉਣ ਵਾਸਤੇ ਪੇ ਕਮਿਸ਼ਨ ਹੁੰਦੇ ਨੇ, ਤੇ ਪੰਜਾਬ ਦੇ ਮੁਲਾਜ਼ਮ ਨੇ ਜਿਹੜੇ ਉਹ ਪੰਜਾਬ ਦੀ ਕਿਸਾਨੀ ਵੀ ਲੜ ਰਹੀ ਆ, ਉਸ ਤੋਂ ਸੇਧ ਲੈਂਦੇ ਹੋਏ ਵੱਡਾ ਮੋਰਚਾ ਖੋਲ੍ਹਣਗੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਗੱਲਬਾਤ ਕੀਤੀ ਸਾਡੇ ਨਾਲ। ਸੋ ਇਹਨਾਂ ਨੇ ਸਾਨੂੰ ਦੱਸਿਆ 6ਵੇਂ ਪੇ ਕਮਿਸ਼ਨ ਬਾਰੇ, ਉਹਦੇ ਵਿੱਚ ਜੋ ਤਰੁੱਟੀਆਂ ਨੇ ਉਹਨਾਂ ਬਾਰੇ, ਤੇ ਨਾਲ ਇਹਨਾਂ ਨੇ ਕੁਝ ਸੱਦੇ ਵੀ ਦਿੱਤੇ ਨੇ ਕਿ ਇਹਦੇ ਤੇ ਐਜੀਟੇਸ਼ਨ ਲੜੀ ਜਾਊਗੀ। ਸੋ ਅੱਗੇ ਦੇਖਦੇ ਹਾਂ ਕੀ ਹੁੰਦਾ ਏ, ਇਹ ਘੋਲ ਨੂੰ ਜਿੱਤਦੇ ਨੇ ਜਾਂ ਕਿੱਥੇ ਕੁ ਪਹੁੰਚਦਾ ਏ। ਸੋ ਦੇਖਦੇ ਰਹੋ ਦੁਨੀਆ, ਜੁੜੇ ਰਹੋ ਦੁਨੀਆ ਦੇ ਨਾਲ।
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।